शुभ बचन रमणं गमणं साध संगेण उद्धरण संसार सागरं नानक पुनरप जन्म ना लभ्यते। वेद पुराण शास्त्र विचारं एकंकार नाम उरधारं कुल है समूह सगल उधारं बड़ भागी नानक को तारं। सिमरन गोविंद नामं उधरं कुल समूहणे लभदेन साध संगेण नानक वड भागी भेटंत दर्शने। जो साध संगत ਦੇ ਗਮਨ ਕਰਦੇ ਨੇ ਪਹੁੰਚਦੇ ਨੇ ਔਰ ਉੱਥੇ ਬੈਠ ਕੇ ਗੋਬਿੰਦ ਦੇ ਗੁਣਾਂ ਦਾ ਗੋਬਿੰਦ ਦੇ ਬਚਨਾਂ ਦਾ ਰਮਣ ਕਰਦੇ ਨੇ। ਭਾਵ ਪ੍ਰਭੂ ਦੇ ਗੁਣਾਂ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆਉਂਦੇ ਨੇ, ਪ੍ਰਭੂ ਦੇ ਬਚਨਾਂ ਨੂੰ ਆਪਣੀ ਸੋਚ ਦੇ ਚ ਲਿਆਉਂਦੇ ਨੇ। ਉਧਰਨ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭੇ ਤੇ। ਉਹ ਸੰਸਾਰ ਸਾਗਰ ਤੋਂ ਉਧਰ ਜਾਂਦੇ ਨੇ, ਭਾਵ ਪਾਰ ਹੋ ਜਾਂਦੇ ਨੇ ਔਰ ਮੁੜ ਕੇ ਉਹਨਾਂ ਦਾ ਜਨਮ ਨਹੀਂ ਆਉਂਦਾ। ਜਨਮ ਦੇ ਦੁੱਖ ਤੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ। ਸਾਡੇ ਦੇਸ਼ ਦੇ तमाम ਪ੍ਰਾਚੀਨ ਸੰਤ ਔਰ ਧਰਮ ਗ੍ਰੰਥ ਸੰਸਾਰ ਨੂੰ ਸਾਗਰ ਨਾਲ ਹੀ ਤਸ਼ਬੀਹ ਦਿੰਦੇ ਨੇ। ਸੰਸਾਰ ਸਾਗਰ, ਸੰਸਾਰ ਸਾਗਰ, ਐਸਾ ਹੀ ਸਾਰੇ ਕਹਿੰਦੇ ਨੇ। ਸੰਸਾਰ ਜੋ ਹੈ ਇਹ ਸਾਗਰ ਦੇ ਨਿਆਈ ਹੈ। ਦਰਅਸਲ ਸਾਗਰ ਤੇ ਸੰਸਾਰ ਦਾ ਸੁਭਾਅ ਇੱਕੋ ਹੀ ਹੈ। ਜੋ ਫਿਤਰਤ ਸਾਗਰ ਦੀ ਹੈ ਉਹੀ ਸੁਭਾਅ ਸੰਸਾਰ ਦਾ ਹੈ। ਜੋ ਸੰਸਾਰ ਦੀਆਂ ਸਮੱਸਿਆਵਾਂ ਨੇ ਉਹੀ ਕੁਛ ਅਸੀਂ ਸਾਗਰ ਦੇ ਚ ਦੇਖਦੇ ਹਾਂ। ਸਾਗਰ ਦੇ ਚ ਪਾਣੀ ਹੈ, ਸੰਸਾਰ ਦੇ ਚ ਪਦਾਰਥ ਨੇ। ਸਾਗਰ ਦਾ ਪਾਣੀ ਨਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਸੰਸਾਰ ਦੇ ਪਦਾਰਥ ਵੀ ਅਨੰਤ ਨੇ, ਅਣਗਿਣਤ ਨੇ, ਗਿਣੇ ਨਹੀਂ ਜਾ ਸਕਦੇ। ਸਾਗਰ ਦੇ ਚ ਲਹਿਰਾਂ ਨੇ, ਛੋਟੀਆਂ ਨੇ, ਵੱਡੀਆਂ ਨੇ, ਕੁਝ ਬਹੁਤ ਵੱਡੀਆਂ ਨੇ। ਸੰਸਾਰ ਦੇ ਸਮੱਸਿਆਵਾਂ ਨੇ, ਕੁਝ ਛੋਟੀਆਂ ਨੇ, ਕੁਝ ਵੱਡੀਆਂ ਨੇ, ਕੁਝ ਬਹੁਤ ਵੱਡੀਆਂ ਨੇ। ਸਾਗਰ ਦੇ ਕਿਸੇ ਹਿੱਤੇ 'ਚ ਕਦੀ ਕਦੀ ਤੂਫਾਨ ਉੱਠ ਖੜੇ ਹੁੰਦੇ ਨੇ, ਜਿਸ ਦੇ ਨਾਲ ਬਹੁਤ ਤਬਾਹੀਆਂ ਜਨਮ ਲੈਂਦੀਆਂ ਨੇ ਔਰ ਅਨੰਤ ਮਨੁੱਖ ਡੁੱਬ ਜਾਂਦੇ ਨੇ। ਸੰਸਾਰ ਦੇ ਵੀ ਕਿਸੇ ਨਾ ਕਿਸੇ ਖਿੱਤੇ ਦੇ ਵਿੱਚ ਕੋਈ ਨਾ ਕੋਈ ਭਿਅੰਕਰ ਵੱਡੇ ਹਾਦਸੇ ਹੁੰਦੇ ਰਹਿੰਦੇ ਨੇ। ਚਾਹੇ ਉਹ ਜੰਗੋ ਜਦਲ ਹੋਵੇ, ਚਾਹੇ ਆਪਸੀ ਟਕਰਾਓ ਹੋਵੇ, ਚਾਹੇ ਭੂਚਾਲ ਹੋਵਨ, ਕੁਛ ਨਾ ਕੁਛ ਸੰਸਾਰ ਦੇ ਵਿੱਚ ਵੀ ਹੁੰਦਾ ਰਹਿੰਦਾ ਹੈ। ਅਨੰਤ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸੋ ਸਾਗਰ ਤੇ ਸੰਸਾਰ ਦਾ ਸੁਭਾਅ ਇੱਕੋ ਜਿਹਾ ਹੋਣ ਕਰਕੇ ਸੰਸਾਰ ਨੂੰ ਵੀ ਕਹਿ ਦਿੱਤਾ ਜਾਂਦਾ ਹੈ ਸਾਗਰ। ਇਹ ਤੇ ਸਾਗਰ ਦੇ ਨਿਆਈ ਹੈ। ਲਹਿਰਾਂ ਤੋਂ ਬਿਨਾ ਸਾਗਰ ਨਹੀਂ ਹੋ ਸਕਦਾ। ਸਮੱਸਿਆਵਾਂ ਤੋਂ ਬਿਨਾ ਸੰਸਾਰ ਨਹੀਂ ਹੋ ਸਕਦਾ। ਤੂਫਾਨ ਤੋਂ ਬਿਨਾ ਸਮੁੰਦਰ ਨਹੀਂ ਆਉਂਦੇ। ਹਾਦਸਿਆਂ ਤੋਂ ਬਿਨਾ ਸੰਸਾਰ ਨਹੀਂ ਆਉਂਦਾ। ਕਦੀ ਕਦਾਈ ਸਾਗਰ ਦੇ ਚ ਕੋਈ ਕਿਸ਼ਤੀ ਡੁੱਬ ਜਾਂਦੀ ਹੈ, ਕੋਈ ਜਹਾਜ਼ ਡੁੱਬ ਜਾਂਦਾ ਹੈ। ਰੋਜ਼ ਸੰਸਾਰ ਦੇ ਚ ਜ਼ਿੰਦਗੀ ਦੀਆਂ ਕਿਸ਼ਤੀਆਂ ਡੁੱਬ ਰਹੀਆਂ ਨੇ, ਜੀਵਨ ਦੇ ਜਹਾਜ਼ ਡੁੱਬ ਰਹੇ ਨੇ। ਫਰਕ ਹੈ ਥੋੜਾ ਜਿਹਾ, ਚूंकि ਸੰਸਾਰ ਦੇ ਚ ਕਦੀ ਕਦਾਈ ਕੋਈ ਜਹਾਜ਼ ਡੁੱਬਦਾ ਹੈ ਤਾਂ ਸੰਸਾਰ ਭਰ ਦੇ ਅਖਬਾਰਾਂ ਦੀ ਉਹ ਖਬਰ ਬਣਦਾ ਹੈ
ਚੂੰਕਿ ਸੰਸਾਰ ਦੇ 'ਚ ਰੋਜ਼ ਜ਼ਿੰਦਗੀਆਂ ਡੁੱਬਦੀਆਂ ਨੇ, ਰੋਜ਼ ਜੀਵਨ ਦੇ ਬਹੁਤ ਡੁੱਬ ਜਾਂਦੇ ਨੇ, ਇਸ ਵਾਸਤੇ ਖਬਰ ਨਹੀਂ ਬਣਦੇ। ਖਬਰ ਤੇ ਉਹੀ ਆਉਂਦੀ ਹੈ ਜਿਹੜੀ ਘਟਨਾ ਕਦੀ ਕਦਾਈ ਹੋਵੇ। ਜੋ ਰੋਜ਼ ਹੋਵੇ ਉਹ ਖਬਰ ਨਹੀਂ ਆਉਂਦੀ। ਉਹ ਤੇ ਇੱਕ ਆਮ ਫਹਿਮ ਜਿਹੀ ਘਟਨਾ ਹੋ ਜਾਂਦੀ ਹੈ ਔਰ ਸਹਿਜੇ ਸਹਿਜੇ ਮਨੁੱਖੀ ਮਨ ਨੂੰ ਕਬੂਲ ਹੋ ਜਾਂਦੀ ਹੈ। ਤੋ ਸੰਸਾਰ ਦੇ 'ਚ ਜੀਵਨ ਰੋਜ਼ ਡੁੱਬ ਰਿਹਾ ਹੈ। ਕਿਸ਼ਤੀਆਂ, ਜਹਾਜ਼ ਸਾਗਰ ਦੇ 'ਚ ਪਾਣੀ ਦੇ 'ਚ ਡੁੱਬਦੇ ਨੇ। ਜੀਵਨ ਸੰਸਾਰ ਦੇ 'ਚ ਪਦਾਰਥਾਂ 'ਚ ਗਰਕ ਹੋ ਜਾਂਦੇ ਨੇ, ਡੁੱਬ ਜਾਂਦੇ ਨੇ। ਇਹ ਵੀ ਠੀਕ ਹੈ ਕਿ ਪਾਣੀ ਤੋਂ ਬਿਨਾਂ ਕਿਸ਼ਤੀ ਚੱਲ ਨਹੀਂ ਸਕਦੀ, ਪਦਾਰਥ ਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ। ਪਰ ਇਹ ਵੀ ਠੀਕ ਹੈ, ਪਾਣੀ ਤੋਂ ਬਿਨਾਂ ਕਿਸ਼ਤੀ ਡੁੱਬ ਨਹੀਂ ਸਕਦੀ, ਪਦਾਰਥ ਤੋਂ ਬਿਨਾਂ ਮਨੁੱਖ ਗਰਕ ਵੀ ਨਹੀਂ ਹੋ ਸਕਦਾ। ਸਾਗਰ ਦੇ ਉਰਾਰ ਖੜੇ ਹੋ ਕੇ ਜੋ ਪਾਰ ਤੱਕ ਆਪਣੀ ਕਲਪਨਾ ਲੈ ਜਾਏ, ਪਾਰ ਵੇਖਣ ਦੀ ਕੋਸ਼ਿਸ਼ ਕਰੇ, ਉਸ ਨੂੰ ਕਹਿੰਦੇ ਨੇ ਪਾਰਦਰਸ਼ੀ। ਇਹ ਖੜਾ ਤੇ ਉਰਾਰ ਹੈ, ਪਰ ਪਾਰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਚਾਹੇ ਪਹੁੰਚਿਆ ਨਹੀਂ, ਇਹਦੀ ਦ੍ਰਿਸ਼ਟੀ ਵੀ ਨਹੀਂ ਪਹੁੰਚੀ, ਪਾਰਲਾ ਕੰਡਾ ਨਹੀਂ ਦਿਖਾਈ ਦਿੰਦਾ, ਪਰ ਆਪਣੀ ਕਲਪਨਾ ਨੂੰ ਪਾਰ ਲੈ ਗਿਆ, ਆਪਣੇ ਤਖਯਲਾਤ ਦੀ ਦੁਨੀਆ ਨੂੰ ਪਾਰ ਲੈ ਗਿਆ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਪਾਰਦਰਸ਼ੀ। ਇਹ ਖੜਾ ਤੇ ਉਰਾਰ ਹੈ, ਪਰ ਪਾਰ ਦਾ ਦਰਸ਼ਨ ਕਰ ਰਿਹਾ ਹੈ, ਪਾਰ ਨੂੰ ਆਪਣੀ ਕਲਪਨਾ ਦੇ 'ਚ ਵੇਖ ਰਿਹਾ ਹੈ, ਪਾਰ ਨੂੰ ਆਪਣੇ ਸੋਚ ਮੰਡਲ ਦੇ 'ਚ ਲਿਆਇਆ ਹੈ। ਪਾਰ ਜਾਣ ਦੀ ਪਿਆਸ ਹੈ, ਪਾਰ ਜਾਣ ਦੀ ਤੜਪ ਹੈ, ਪਾਰ ਨੂੰ ਵੇਖਣ ਦੀ ਤੜਪ ਹੈ। ਪਾਰਦਰਸ਼ੀ। ਤੇ ਜਿਹੜਾ ਪਾਰ ਪਹੁੰਚ ਜਾਏ ਉਹਨੂੰ ਕਹਿੰਦੇ ਨੇ ਪਾਰਗ੍ਰਾਮੀ। ਬਈ ਇਹਦਾ ਗ੍ਰਾਮ, ਇਹਦਾ ਵਾਸਾ ਤੇ ਪਾਰ ਹੋ ਗਿਆ। ਸਿੱਧ ਗੋਸ਼ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਨੰਤ ਬਾਣੀਆਂ ਦੇ ਚੋਂ ਇੱਕ ਅਜ਼ੀਮ ਰਚਨਾ ਹੈ। ਸਿੱਧਾਂ ਦੇ ਪ੍ਰਸ਼ਨ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਸ ਦੇ 'ਚ ਜਵਾਬ ਹੈ। ਸਿੱਧ ਬਹੁਤ ਸਾਰੇ ਸਨ, ਉਹਨਾਂ ਦੇ ਪ੍ਰਸ਼ਨ ਵੀ ਬਹੁਤ ਸਾਰੇ ਨੇ। ਸਿੱਧ ਮਾਮੂਲੀ ਪੱਧਰ ਦੇ ਮਨੁੱਖ ਨਹੀਂ ਸਨ, ਬਹੁਤ ਉੱਚੀਆਂ ਉਡਾਰੀਆਂ ਦੇ ਮਾਲਕ ਸਨ, ਤਾਂ ਉਹਨਾਂ ਦੇ ਸਵਾਲ ਵੀ ਬੜੇ ਉੱਚੇ ਸਨ, ਲਿਹਾਜ਼ਾ ਜਵਾਬ ਵੀ ਉਤਨੇ ਹੀ ਬੁਲੰਦ ਨੇ। ਆਮ ਸਿਆਣੇ ਕਹਿੰਦੇ ਨੇ ਕਿ ਇਹ ਮਨੁੱਖ ਕਿੰਨਾ ਕੁ ਉੱਚਾ ਹੈ, ਕਿੰਨਾ ਕੁ ਨੀਵਾਂ ਹੈ, ਉਹਦੇ ਸਵਾਲਾਂ ਤੋਂ ਹੀ ਪਤਾ ਚੱਲੇਗਾ। ਛੋਟਾ ਜਿਹਾ ਸਵਾਲ, ਮਾਮੂਲੀ ਜਿਹਾ ਸਵਾਲ, ਜਿਸ ਦੀ ਜ਼ਿੰਦਗੀ ਦਾ ਹੈ, ਬਿਲਕੁਲ ਮਾਮੂਲੀ ਸਵਾਲ, ਤਾਂ ਉਸ ਤੋਂ ਪਤਾ ਚੱਲਦਾ ਹੈ ਜੀਵਨ ਵੀ ਬਿਲਕੁਲ ਮਾਮੂਲੀ ਹੈ, ਕੋਈ ਖਾਸ ਨਹੀਂ ਹੈ। ਉੱਚੇ ਮਨੁੱਖ ਦੀ ਇਹ ਪਹਿਚਾਨ ਹੈ, ਉਹਦੀ ਸਮੱਸਿਆ ਵੀ ਕੋਈ ਬੁਲੰਦ ਹੋਵੇਗੀ, ਉਹਦਾ ਸਵਾਲ ਵੀ ਕੋਈ ਬਹੁਤ ਉੱਚਾ ਹੋਵੇਗਾ। ਤੇ ਜਦ ਸਵਾਲ ਉੱਚਾ ਹੈ ਤਾਂ ਉਸ ਦਾ ਜਵਾਬ ਵੀ ਬਹੁਤ ਗਹਿਰਾ ਹੋਵੇਗਾ, ਉੱਚਾ ਹੋਵੇਗਾ, ਮਹਾਨ ਹੋਵੇਗਾ। ਯੋਗੀਆਂ ਦੇ ਉਸ ਵਕਤ ਦੇ ਸਿਰਮੌਰ ਯੋਗੀ ਚਰਪਟਨਾਥ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਵਾਲ ਕਰਦੇ ਨੇ, ਦੁਨੀਆ ਸਾਗਰ ਦੂਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ, ਦੇਹੋ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਸੱਚ ਦੀ ਵਿਚਾਰ ਦੱਸੋ, ਇਹ ਨ ਤਰੇ ਜਾਣ ਵਾਲਾ ਸਾਗਰ ਕਿਵੇਂ ਤਰੀਏ, ਇਸ ਨੂੰ ਕਿਵੇਂ ਅਬੂਰ ਕਰੀਏ। ਬੜੀਆਂ ਲਹਿਰਾਂ ਨੇ, ਤੂਫਾਨ ਨੇ, ਘੁੰਮਣ ਘੇਰੀਆਂ ਨੇ, ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ, ਕਿਵੇਂ ਪਾਰ ਪਹੁੰਚੀਏ। ਦੁਨੀਆ ਸਾਗਰ ਦੂਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ, ਦੇਹੋ ਸੱਚਾ ਵਿਚਾਰੋ। ਸਤਿਗੁਰ ਪਹਿਲੇ ਤੇ ਇਹ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ, ਸਾਚ ਕਹੋ ਤੁਮ ਪਾਰ ਗ੍ਰਾਮੀ, ਤਿਸ ਕਿਆ ਬੈਸਣ ਦੀਜੇ। ਐ ਸੰਤ ਜੀ, ਤੁਸੀਂ ਤੇ ਪਾਰ ਗ੍ਰਾਮੀ ਹੋ, ਪਾਰ ਵਸਣ ਵਾਲੇ ਹੋ। ਲੋਕੀ ਤੁਹਾਨੂੰ ਸੰਤ ਕਹਿੰਦੇ ਨੇ, ਯੋਗੀ ਰਾਜ ਕਹਿੰਦੇ ਨੇ, ਮਹਾਤਮਾ ਕਹਿੰਦੇ ਨੇ। ਤੁਹਾਡੇ ਜੀਵਨ ਦੇ 'ਚ ਇਹ ਪ੍ਰਸ਼ਨ ਕਿਉਂ ਹੈ ਕਿ ਸੰਸਾਰ ਨੂੰ ਕਿਵੇਂ ਅਬੂਰ ਕਰੀਏ, ਪਾਰ ਕਰੀਏ। ਤੁਸੀਂ ਪਾਰ ਜਾਣ ਦੀ ਕਿਉਂ ਪੁੱਛਦੇ ਹੋ? ਕਿਉਂਕਿ ਤੁਸੀਂ ਤੇ ਪਾਰਗ੍ਰਾਮੀ ਸੰਤ,
तो संत तो मुराद है जो पारग्रामी है, जिसदा वासा पारले कंडे ते हो गया, जो संसार तो पार हो गया, जो सागर तो पार हो गया, जो पारग्रामी है। पर चरपट ने हथ जोड़े ने, तरले ले ने, सजदा कीता है, गुरुदेव असी पारग्रामी नहीं, पारदर्शी हाँ। पार जाण दी प्यास है, पार जाण दी तड़प है। पारले कंडे तक साड़ियां कल्पनावां दी पहुंच है, पर पारले कंडे तक साडे जीवन दी पहुंच नहीं है, साडी चेतना दी पहुंच नहीं है, सिर्फ कल्पना ही। जैसे कोई मनुख परमात्मा दी कल्पना कर लवे, यथार्थ दे च परमात्मा नाल कोई संबंध ना होवे। तो इस तरह ये योगी राज कह रहे ने, हे गुरु नानक साडी कल्पना दी पहुंच है, साडे जीवन दी पहुंच नहीं। असी सिर्फ पारदर्शी हाँ, पारग्रामी नहीं। तुसी मेहर करो, बख्शिश करो, सानू दसो पार किवें पहुंचीए। गुरु नानक देव जी महाराज दा इसे ही सवाल दे थल्ले जवाब, और ये जवाब ऐसा है मानो सागर नू गागर दे च बंद किया गया है। जैसे जल में कमल निरालम, मुरगाई नੈ साणे, शब्द सुरत भव सागर तरिए, नानक नाम वखाणे, रहे एकांत एको मन वसया, आसा माहे निरासो, अगम अगोचर देख दिखाए, नानक ताका दासो। योगी राज इस तरह संसार दे च रहना चाहिए है जैसे कि कमल, इस तरह संसार दे च रहना चाहिए है जैसे कि सागर दे च मुरगाबी। कमल डुबदा नहीं, मुरगाबी भिजदी नहीं। ये खूबी है मुरगाबी दे च, वो बहुत गहरा गोता लांदी है, सरोवर दे च अपना आहार लभदी है, लेकिन उसके पंख भिजते नहीं। अगर भिज जान तो वजन करके शायद वो निकल भी ना सके, वो तो डुब जाए, पर वो भिजदी नहीं। कमल डुबदा नहीं, पानी कितना भी बढ़े, लहर कितनी भी उछले, पर कमल डुबदा नहीं, मुरगाबी भिजदी नहीं। देखण दे च आया है कई मनुख संसार दे च गरक ते नहीं होए, डुबे ते नहीं। डुबिया ने कहा जाता है जालम, दुष्ट, पापी, दुराचारी, चोर, जुआर, ये वो लोग ने जो डूब गए, गर्क हो गए। तो बेशतर ऐसे ने डुबे ते नहीं, ना दुराचारी बने, न डकैत बने, ना जालम बने, ना दुष्ट बने, लेकिन भिजे जरूर ने। डुबे ते नहीं, भिजे ने। भिजे हुए मनुख की यह पहचान है कि चोर यार नहीं है, दुष्ट जालम नहीं है, लेकिन तनावग्रस्त है, बेचैन है, परेशान है। और परेशानियां दस्तियां ने इत भिज गए, जगत दे च भिज गए। और जो भिज जाए सरोवर दे च, सागर दे च, कई दफा भिजे होया मनुख डुब भी जाता है। भिजे हुए की संभावना है कि वह डुब सकता है। तो कुछ ऐसे ने जो भिज जाते ने, डुबदे नहीं। गुरु नानक देव जी महाराज ने बड़ा सुंदर उदाहरण दिता है, चरपट जैसे मुरगाबी भिजदी नहीं, जैसे कमल डुबदा नहीं। इस तो ही प्रेरणा लेनी चाहिए है। ना संसार दे भिजना चाहिए, ना संसार दे डुबना चाहिए। मुरगाई नੈ साणे, नੈ साणे शब्द राजस्थानी भाषा का है, नहीं सणदी, नहीं भिजदी, मुरगाबी। तो ये किहड़ी युक्ति है कि ना भिजिए ना डुबिए। तो सतगुरु दसदे ने रहे एकांत एको मन वसया, आसा माहे निरासो, अगम अगोचर देख दिखाए, नानक ताका दासो। एको मन वसया, आसा माहे निरासो।
ਮਨੁੱਖ ਦਾ ਮਨ ਕੁਝ ਇਸ ਢੰਗ ਦਾ ਪ੍ਰਭੂ ਨੇ ਬਣਾਇਆ ਹੈ ਕਿ ਇਹਦੇ 'ਚ ਕਾਮਨਾਵਾਂ ਚੱਲਦੀਆਂ ਹੀ ਰਹਿੰਦੀਆਂ ਨੇ, ਖਾਹਿਸ਼ਾਂ ਚੱਲਦੀਆਂ ਹੀ ਰਹਿੰਦੀਆਂ ਨੇ। ਜਿਵੇਂ ਤਨ ਦੇ 'ਚ ਸਵਾਸ ਚੱਲਦੇ ਰਹਿੰਦੇ ਨੇ, ਮਨ ਦੇ 'ਚ ਇੱਛਾਵਾਂ ਚੱਲਦੀਆਂ ਰਹਿੰਦੀਆਂ ਨੇ। ਸਾਹਿਬ ਕਹਿੰਦੇ ਇਸ ਤਰ੍ਹਾਂ ਰਹਿ ਆਸਾ ਮਾਹੇ ਨਿਰਾਸੋ, ਆਸਾ ਦੇ 'ਚ ਨਿਰਾਸ਼ ਹੋ ਕੇ ਰਹਿ। ਇਹ ਤੇ ਪਹੇਲੀ ਹੋ ਗਈ, ਇਹ ਤੇ ਇੱਕ ਬੁਝਾਰਤ ਹੈ। ਆਸਾ ਦੇ 'ਚ ਨਿਰਾਸ਼ ਹੋ ਕੇ ਕਿਸ ਤਰ੍ਹਾਂ ਰਹੀਏ? ਐ ਬੰਦੇ, ਆਸਾ ਦਾ ਪੈਦਾ ਹੋਣਾ ਤੇ ਸੁਭਾਵਿਕ ਹੈ। ਆਸਾ ਪੂਰੀ ਹੋ ਗਈ, ਤੇਰੀ ਇੱਛਾ ਪੂਰੀ ਹੋ ਗਈ, ਤਾਂ ਤੂੰ ਇਹ ਸਮਝ ਲੈ ਪ੍ਰਭੂ ਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈ ਹੈ, ਵਰਨਾ ਨਹੀਂ ਹੋਣੀ ਸੀ। ਔਰ ਜੇ ਇੱਛਾ ਤੇਰੀ ਪੂਰੀ ਨਹੀਂ ਹੋਈ, ਤੂੰ ਦੇਖ ਰਿਹਾ ਹੈ ਕਿ ਕੋਈ ਵੀ ਕਾਮਨਾ ਪੂਰੀ ਨਹੀਂ ਹੋਈ, ਕੋਈ ਵੀ ਇੱਛਾ ਪੂਰੀ ਨਹੀਂ ਹੋਈ, ਤਾਂ ਸਮਝ ਲੈ ਪ੍ਰਮਾਤਮਾ ਦੀ ਇੱਛਾ ਕੁਝ ਹੋਰ ਹੈ, ਉਹ ਕੁਝ ਹੋਰ ਚਾਹੁੰਦਾ ਹੈ। ਤੂੰ ਇੱਥੇ ਵੀ ਧੰਨਵਾਦ ਕਰ, ਇੱਥੇ ਵੀ ਸ਼ੁਕਰਾਨੇ ਚਾਹ ਔਰ ਕਹੇ, ਹੇ ਪ੍ਰਭੂ ਤੇਰੀ ਹੀ ਇੱਛਾ ਪੂਰੀ ਹੋਵੇ। ਇਸੇ ਨੂੰ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਆਸਾ ਮਾਹੇ ਨਿਰਾਸ ਵਲਾਏ, ਨਿਹਚੋ ਨਾਨਕ ਕਰਤੇ ਪਾਏ। ਆਸਾ ਦੇ ਵਿੱਚ ਜੋ ਨਿਰਾਸ਼ ਹੋ ਕੇ ਰਹਿੰਦਾ ਹੈ, ਨਿਸ਼ਚੈ ਹੀ ਜਾਣੋ ਉਹਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਨਿਸ਼ਚੈ ਸਾਹਿਬ ਕਹਿੰਦੇ ਨੇ ਯਕੀਨਨ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ। ਮਨੁੱਖ ਦੀ ਇੱਛਾ ਕਈ ਦਫਾ ਪ੍ਰਭੂ ਦੀ ਇੱਛਾ ਨਾਲ ਟਕਰਾਉਂਦੀ ਹੈ। ਪ੍ਰਭੂ ਪਲਬਰ ਹੈ, ਸਮਰੱਥ ਹੈ, ਮਹਾਨ ਹੈ, ਇੱਛਾ ਤੇ ਉਸਦੀ ਹੀ ਪੂਰੀ ਹੋ ਸਕਦੀ ਹੈ। ਉਸ ਦੇ ਸਾਹਮਣੇ ਸਾਡੀ ਇੱਛਾ ਕੀ ਮੈਨੇ ਰੱਖਦੀ ਹੈ। ਭਗਤ ਕਬੀਰ ਕਹਿੰਦੇ ਨੇ, ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਭਗਤ ਕਬੀਰ ਕਹਿੰਦੇ ਨੇ, ਮੈਂ ਸੋਚਦਾ ਕੁਛ ਹਾਂ, ਮੇਰੀ ਖਾਹਿਸ਼ ਕੁਛ ਹੁੰਦੀ ਹੈ ਔਰ ਹੋ ਕੁਛ ਜਾਂਦਾ ਹੈ। ਮੇਰੀ ਸੋਚ ਤੋਂ ਉਲਟ, ਮੇਰੀ ਮੰਗ ਤੋਂ ਉਲਟ, ਮੇਰੀਆਂ ਇੱਛਾਵਾਂ ਤੋਂ ਉਲਟ, ਔਰ ਮੈਂ ਆਖਰ ਇਸ ਨਤੀਜੇ ਤੇ ਪਹੁੰਚਿਆ, ਮੇਰੀ ਇੱਛਾ ਕੁਛ ਹੋਰ ਹੈ ਪਰ ਪ੍ਰਭੂ ਦੀ ਇੱਛਾ, ਉਸ ਵਿਧਾਤੇ ਦੀ ਇੱਛਾ ਕੁਛ ਹੋਰ ਹੈ। ਭਗਤ ਦੀ ਖਾਸੀਅਤ ਹੀ ਇਹੀ ਹੈ ਕਿ ਉਹ ਪ੍ਰਭੂ ਦੀ ਇੱਛਾ ਨਾਲ ਸਹਿਮਤ ਹੋ ਜਾਂਦਾ ਹੈ, ਪ੍ਰਮਾਤਮਾ ਦੀ ਇੱਛਾ ਨਾਲ ਸਹਿਮਤ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ, ਇਸੇ ਨੂੰ ਕਹਿੰਦੇ ਨੇ ਆਸਾ ਦੇ 'ਚ ਨਿਰਾਸ਼ ਹੋਣਾ। ਔਰ ਇਹ ਇੱਕ ਐਸਾ ਜੀਵਨ ਹੈ ਜੋ ਕਮਲ ਦੀ ਤਰ੍ਹਾਂ ਹੈ, ਮੁਰਗਾਬੀ ਦੀ ਤਰ੍ਹਾਂ ਹੈ। ਇਹ ਡੁੱਬਦਾ ਨਹੀਂ, ਇਹ ਭਿੱਜਦਾ ਨਹੀਂ। ਭਗਤ ਕਬੀਰ ਜੀ ਮਹਾਰਾਜ ਨੇ ਇਸ ਦੇ ਉੱਤੇ ਇੱਕ ਹੋਰ ਬੜਾ ਸੁੰਦਰ ਉਦਾਹਰਣ ਦਿੱਤਾ ਹੈ। ਆਪ ਕਹਿੰਦੇ ਨੇ, ਕਬੀਰ ਬੇੜਾ ਜਰਜਰਾ, ਫੂਟੇ 6,000, ਹਰਵੇ ਹਰਵੇ ਤਿਰ ਗਏ, ਬੂਢੇ ਜਿਨ ਸਿਰ ਭਾਰ। ਬੇੜੀ ਪੁਰਾਣੀ ਹੋ ਗਈ ਹੈ, ਜਰਜਰੀ ਪੁਰਾਣੀ, ਫੂਟੇ 6,000, ਹਜ਼ਾਰਾਂ ਛਿੱਦਰ ਹੋ ਗਏ ਨੇ। ਤੇ ਕਬੀਰ ਕਹਿੰਦੇ ਨੇ, ਭਾਰ ਵੀ ਬੜਾ ਲੱਦ ਲਿਆ। ਇੱਕ ਬੇੜੀ ਪੁਰਾਣੀ, ਇੱਕ ਛਿੱਦਰ ਹਜ਼ਾਰਾਂ, ਇੱਕ ਭਾਰ ਬਹੁਤਾ, ਤੋ ਇਹ ਤੇ ਡੁੱਬੇਗੀ, ਇਹ ਤੇ ਗਰਕ ਹੋਵੇਗੀ। ਇੱਕ ਸਰੀਰ ਪੁਰਾਣਾ, ਬੁੱਢਾ, ਉਮਰ ਰਸੀਦਾ, ਬਿਰਧ, ਇੱਕ ਔਗਣ ਜ਼ਿਆਦਾ। ਆਖਿਰ ਪੁਰਾਣੀ ਬੇੜੀ 'ਚ ਹੀ ਛਿੱਦਰ ਹੋਣਗੇ। ਛਿੱਦਰ ਇੱਕ ਵੀ ਹੋਵੇ, ਸੁਰਾਖ ਇੱਕ ਵੀ ਹੋਵੇ, ਬੇੜੀ ਡੁੱਬ ਜਾਂਦੀ ਹੈ। ਪਰ ਜਿਸ ਬੇੜੀ 'ਚ ਹਜ਼ਾਰਾਂ ਸੁਰਾਖ ਹੋਵਨ, ਉੱਥੇ ਤੇ ਪਾਰ ਜਾਣ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਔਗਣ ਇੱਕ ਵੀ ਹੋਵੇ ਤੇ ਬੰਦਾ ਸੰਸਾਰ ਦੇ 'ਚ ਡੁੱਬ ਜਾਂਦਾ ਹੈ, ਗਰਕ ਹੋ ਜਾਂਦਾ ਹੈ। ਪਰ ਹਜ਼ਾਰਾਂ ਔਗਣ ਹੋਵਨ, ਅਨੰਤ ਔਗਣ ਹੋਵਨ, ਗੁਰਬਾਣੀ ਦਾ ਇਹ ਫੈਸਲਾ ਹੈ ਕਿ ਉਮਰ ਦੇ ਵਧਣ ਦੇ ਨਾਲ ਔਗਣ ਵੱਧਦੇ ਨੇ। ਇੱਕ ਬੱਚੇ ਦੇ 'ਚ ਇਤਨੇ ਔਗਣ ਨਹੀਂ ਨੇ ਜਿਤਨੇ ਕਿ ਜਵਾਨ ਦੇ ਅੰਦਰ ਨੇ। ਇੱਕ ਜਵਾਨ ਦੇ 'ਚ ਇਤਨੇ ਔਗਣ ਨਹੀਂ ਨੇ ਜਿਤਨੇ ਕਿ ਬੁੱਢੇ ਦੇ 'ਚ ਨੇ। ਉਮਰ ਦੇ ਵਧਦਿਆਂ ਔਗਣ ਵੱਧਦੇ ਨੇ, ਬੇੜੀ ਦੇ ਪੁਰਾਣੇ ਹੁੰਦਿਆਂ ਛਿੱਦਰ ਵੱਧਦੇ ਨੇ। ਜੋ ਨਿਯਮ ਬੇੜੀ ਤੇ ਲਾਗੂ ਹੈ, ਉਹੀ ਜ਼ਿੰਦਗੀ ਦੀ ਕਿਸ਼ਤੀ ਤੇ ਲਾਗੂ ਹੈ। ਪੁਰਾਣੀ ਬੇੜੀ ਆਖਰ ਉਸ ਦੇ ਛਿੱਦਰ ਹੋਣਗੇ, ਔਰ ਪੁਰਾਣਾ ਮਨੁੱਖ, ਬਜ਼ੁਰਗ, ਉਮਰ ਰਸੀਦਾ, ਬੁੱਢਾ, ਔਗਣ ਤੇ ਹੋਣਗੇ, ਅਨੰਤ ਔਗਣ ਹੋਣਗੇ। ਆਖਰ ਬੁੱਢੇ ਦੇ ਅੰਦਰ ਜਿਹੜਾ ਪਛਤਾਤਾਪ ਹੁੰਦਾ ਹੈ, ਉਹ ਜਿਹੜਾ ਬਾਰ-ਬਾਰ ਬਚਪਨ ਨੂੰ ਯਾਦ ਕਰਦਾ ਹੈ ਵੀ ਬਚਪਨ ਮਹਾਨ ਸੀ, ਬਚਪਨੇ ਦੀਆਂ ਕਿਆ ਕਹਿਣਾ,
कैसियां गल्लां, अदुੱਤੀ ਉਹ ਜ਼ਿੰਦਗੀ। बार-बार बचपन ਦਾ याद करना सिर्फ इस वास्ते ही कि बचपन निर्दोष सी, पाप रहित सी, भोला सी, मासूम सी, बोझल नहीं सी, भारू नहीं सी, छिद्र नहीं सन किश्ती दे विच। लेकिन पार जाण लई चप्पू नहीं चलाए सन, किश्ती ते नवीं सी, बहुत सुंदर सी, लेकिन चप्पू नहीं चलाए, जप तप नहीं कीता, किश्ती नूं पार जाण लई ठेलिया ही नहीं, तोरिया ही नहीं। अज किश्ती पुरानी हो गई, अज बुढ़ा हो गया, अज पार जाना चाहता है, पार जाण दा ख्याल है, पर हुण छिद्र हज़ारां, हुण चप्पू चलाण दी समर्था नहीं। एक आलम दा कहना है, जब किश्ती साबतो सालम थी, मंजिल की तमन्ना किसको थी, अब ऐसी शिकस्ता किश्ती पर मंजिल की तमन्ना कौन करे। हुण इतनी टुट्टी भज्जी ये बेड़ी जिस दे हज़ारां छिद्र, तो पार जाया जाए तो किस तरह जाया जाए। कबीर अपने अनुभव के आधार ते कहंदे ने, एक बेड़ी पुरानी, एक छिद्र हज़ारां, एक भार बड़ा लद लिया। ज्यों ज्यों बंदा उम्र रसीदा हुंदा है, जिम्मेवारियां बहुत चुक लैंदा है। पुत्रां दी जिम्मेवारी, पोतरियां दी जिम्मेवारी, होर समाजिक जिम्मेवारियां, राजनैतिक जिम्मेवारियां, होर पता नहीं कितनियां जिम्मेवारियां दा बोझ चुक लैंदा है। धर्म ये कहता है कि किश्ती पुरानी होंदी जा रही है, इस ते बोझ बहुता ना पा, भार बहुता ना पा, और जिहड़ा भार इस ते पिया है वह भी हौला कर। हरुए हरुए तिर गए बूढ़े जिन सिर भार, जिहड़े हौले सन, जिन्हां दे ते भार नहीं सी, पार हो गईयां ਉਹ बेड़ियां। पर ਜਿਹੜੀਆਂ बेड़ियां पुरानियां सन, छिद्रां नाल भरियां होईयां सन, ते भार बड़ा सी, आखिर डुब गईयां, गर्क हो गईयां। तो इस पावन पवित्र श्लोक दे अंदर साहिब श्री गुरु अर्जन देव जी महाराज कहंदे ने, ये जो संसार सागर है, बार बार सड़े देश दे पुराणिक ग्रंथ, धार्मिक ग्रंथ, भगत जन, संत जन, सारे ही संसार नूं सागर कहंदे ने, संसार सागर, संसार सागर। तो फिर एक गल स्पष्ट हो गई, सागर ते संसार दा सुभाव बिल्कुल इक्को ही है, फितरत बिल्कुल इक्को ही है। सागर दे च लहरां ने, संसार दे च समस्यावां ने, और ये समस्यावां अनंत तरह दियां, जैसे लहरां कई तरह दियां ने, छोटियां वड्डियां, बहुत वड्डियां, बहुत प्रकार। तो समाजिक समस्यावां, आर्थिक समस्यावां, शरीरक समस्यावां, मानसिक समस्यावां, और फिर राजनैतिक ते रूहानी समस्यावां दा किसी हद तक इकट्ठ है मनुख दी जो है जिंदगी। सागर दे तूफान उठते ने, संसार दे बहुत वड्डे वड्डे हादसे होंदे ने। अगर कोई ये आखे कि मैं किश्ती ठेलांगा उदों जदों लहरां शांत हो जान, मैं जहाज उदों चलावांगा, लहरां शांत हो जान, तो उड़ीकदा रवे, सारी जिंदगी उड़ीकदा रवे। लहरां तो बिना सागर होंदा ही नहीं। ते कोई ये आखे जरा मेरा माहौल ठीक हो जाए, मेरा घरेलू माहौल ठीक हो जाए, मेरा आर्थिक माहौल ठीक हो जाए, मेरा जिस्मानी माहौल ठीक हो जाए, मैं तंदुरुस्त हो जावां, फिर नाम जपांगा, फिर बंदगी करांगा, फिर अमृत वेले उठांगा, फिर सत्संग दे च जाया करांगा। ये इस तरह दी कल्पना है जैसे कोई ये सोचे कि लहरां शांत हो जान तो मैं फिर किश्ती ठेलांगा। नहीं, लहरां नहीं शांत होणगियां। तू चप्पू चला, बेड़ी चल पैगी, लहरां अपने आप कट्टणगियां और किश्ती पारले कंडे ते पहुंच जाएगी। तू जप शुरू कर दे, बंदगी शुरू कर दे, समस्यावां अपने आप हल होंदियां जाणगियां और एक दिन जीवन पारले कंडे दा आनंद माणेगा। और जो पारले कंडे ते पहुंच गया ਉਹਨੂੰ ਕਹਿੰਦੇ ਨੇ ਪਾਰਗ੍ਰਾਮੀ, ਤੇ ਜਿਹਨੂੰ ਪਾਰਲਾ ਕੰਡਾ ਦਿਖਾਈ ਦੇਵੇ ਉਹਨੂੰ ਕਹਿੰਦੇ ਨੇ ਪਾਰਦਰਸ਼ੀ। तो साहिब सतगुरु
ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਵਾਕ ਦੇ ਵਿੱਚ ਫਰਮਾਨ ਕਰ ਰਹੇ ਨੇ, ਜੋ ਸਾਧ ਸੰਗਤ ਦੇ ਵਿੱਚ ਜਾ ਕੇ ਗਮਨ ਕਰਦੇ ਨੇ ਤੇ ਸ਼ੁਭ ਬਚਨ ਜੋ ਪ੍ਰਮਾਤਮਾ ਦੀ ਬਾਣੀ ਹੈ ਉਹਦਾ ਰਮਣ ਕਰਦੇ ਨੇ, ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਨ ਸਾਗਰੰ ਉਧਰਨ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਤੇ। ਉਹ ਸੰਸਾਰ ਸਾਗਰ ਤੋਂ ਉਧਰ ਜਾਂਦੇ ਨੇ, ਭਾਵ ਪਾਰ ਹੋ ਜਾਂਦੇ ਨੇ, ਔਰ ਫਿਰ ਉਹਨਾਂ ਨੂੰ ਜਨਮ ਨਹੀਂ ਲੈਣਾ ਪੈਂਦਾ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰਧਾਰੰ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਇੱਕ ਓੰਕਾਰ ਪਰਿਪੂਰਨ ਪ੍ਰਮਾਤਮਾ ਹੈ, ਉਸ ਦਾ ਨਾਮ ਜੋ ਹਿਰਦੇ ਵਿੱਚ ਵਸਾਣਾ ਹੈ, ਮਾਨੋ ਇਹੀ ਸ਼ਾਸਤਰਾਂ ਦੀ ਵਿਚਾਰ ਹੈ, ਪੁਰਾਣਾਂ ਦੀ ਵਿਚਾਰ ਹੈ, ਵੇਦਾਂ ਦੀ ਵਿਚਾਰ ਹੈ। ਮਾਨੋ ਉਸਨੇ ਸਾਰੇ ਧਰਮ ਗ੍ਰੰਥ ਪੜ੍ਹ ਲਏ ਤੇ ਉਹਨਾਂ ਨੂੰ ਵਿਚਾਰ ਵੀ ਲਿਆ, ਜਿਸ ਨੇ ਇੱਕ ਓੰਕਾਰ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਕੁਲ ਹੈ ਸਮੂਹ ਸਗਲ ਉਧਾਰਨ। ਐਸਾ ਜਿਹੜਾ ਪੁਰਸ਼ ਹੈ ਉਹ ਆਪਣੀ ਸਾਰੀ ਕੁਲ ਨੂੰ ਵੀ ਪਾਰ ਕਰਦਾ ਹੈ, ਸਾਰੀ ਕੁਲ ਨੂੰ ਵੀ ਪ੍ਰੇਰਨਾ ਦਿੰਦਾ ਹੈ। ਭਾਵ ਉਸਦੇ ਜੀਵਨ ਦੀ ਮਹਿਕ ਉਸਦੇ ਪਰਿਵਾਰ ਨੂੰ ਵੀ ਮਿਲਦੀ ਹੈ, ਉਸਦੇ ਜੀਵਨ ਦਾ ਆਨੰਦ ਚਾਰੋਂ ओर ਬਿਖਰਦਾ ਹੈ, ਔਰ ਪਰਿਵਾਰ ਮੁਤਾਸਰ ਹੁੰਦਾ ਹੈ, ਸੰਸਾਰ ਮੁਦਾਸਰ ਹੁੰਦਾ ਹੈ। ਬੜ ਭਾਗੀ ਨਾਨਕ ਕੋ ਤਾਰਨ, ਵਡਿਆਂ ਭਾਗਾਂ ਅਨੁਸਾਰ। ਇਸ ਤਰ੍ਹਾਂ ਤੈਰਾਕ ਤਾਰੂ ਪੁਰਸ਼, ਪਾਰ ਜਾਣ ਵਾਲੇ ਪੁਰਸ਼ ਪੈਦਾ ਹੁੰਦੇ ਨੇ ਔਰ ਉਹਨਾਂ ਦੇ ਦੀਦਾਰ ਹੁੰਦੇ ਨੇ। ਸਿਮਰਨੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣੇ। ਗੋਬਿੰਦ ਦਾ ਨਾਮ ਜੋ ਹਿਰਦੇ ਵਿੱਚ ਧਾਰਨ ਕਰਨਾ ਹੈ, ਜੋ ਉਚਾਰਨ ਕਰਨਾ ਹੈ, ਇਸ ਦੇ ਨਾਲ ਸਾਰੀ ਕੁਲ ਦਾ ਉਧਾਰ ਹੋ ਜਾਂਦਾ ਹੈ। ਭਾਵ ਸਾਰੀ ਕੁਲ ਨੂੰ ਸਹਾਰਾ ਮਿਲਦਾ ਹੈ, ਆਸਰਾ ਮਿਲਦਾ ਹੈ। ਲਬਦਿਆਂ ਸਾਧ ਸੰਗੇਣ ਨਾਨਕ ਵਡ ਭਾਗੀ ਭੇਟੰਤ ਦਰਸਨੇ। ਪਰ ਪ੍ਰਮਾਤਮਾ ਦਾ ਨਾਮ ਲੱਭਦਾ ਹੈ ਸਾਧ ਸੰਗਤ ਦੇ ਚੋਂ। ਗੁਰੂ ਘਰ ਦੇ ਵਿੱਚ ਨਾਮ ਦੀ ਪ੍ਰਾਪਤੀ ਦਾ ਮੁੱਖ ਸਾਧਨ ਸਤ ਸੰਗਤ ਹੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਸਤਸੰਗ ਦੀ ਮਹਿਮਾ, ਬਾਰ ਬਾਰ ਸਤਸੰਗ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਹੈ ਮਿਲਦੀ ਹੈ। ਤੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ ਕਿ ਸਿਮਰਨ ਗੋਬਿੰਦ ਨਾਮੰ ਕੁਲ ਉਧਰੰ ਕੁਲ ਸਮੂਹਣੇ। ਲਬਧਿੰ ਸਾਧ ਸੰਗੇਣ ਨਾਨਕ ਵਡ ਭਾਗੀ ਭੇਟੰਤ ਦਰਸਨੇ। ਗੋਬਿੰਦ ਦੇ ਨਾਮ ਦਾ ਉਚਾਰਨ ਇਹ ਸਮੁੱਚੀ ਕੁਲ ਦਾ ਉਧਾਰ ਕਰ ਦਿੰਦਾ ਹੈ। ਪਰ ਨਾਮ ਲੱਭਦਾ ਕਿੱਥੋਂ ਹੈ? ਲਬਧਿੰ ਸਾਧ ਸੰਗੇਣ। ਜਿੱਥੇ ਸਾਧਕ ਬੈਠੇ ਨੇ, ਜੋ ਗੁਰੂ ਦੀ ਸੰਗਤ ਹੈ, ਜਿੱਥੇ ਨਾਮ ਰਸਕ ਬੈਠੇ ਨੇ, ਉਸੇ ਬੈਠਕ ਦੇ ਜਾ ਕੇ ਬੈਠਣ ਨਾਲ ਨਾਮ ਜਪਣ ਦੀ ਪ੍ਰੇਰਨਾ ਮਿਲਦੀ ਹੈ, ਰਸਨਾ ਨਾਮ ਜਪਣ ਲੱਗ ਪੈਂਦੀ ਹੈ। ਪਰ ਗੁਰੂ ਦੇ ਦਰਸ਼ਨ, ਸਾਧ ਸੰਗਤ ਦੇ ਦਰਸ਼ਨ ਸਾਹਿਬ ਕਹਿੰਦੇ ਨੇ ਵੱਡਿਆਂ ਭਾਗਾਂ ਅਨੁਸਾਰ ਪ੍ਰਾਪਤ ਹੁੰਦੀ ਹੈ। ਭਾਗ ਕਹਿੰਦੇ ਨੇ ਹਿੱਸੇ ਨੂੰ। ਹਿੱਸਾ ਬਹੁਤ ਵੱਡਾ ਹੋਵੇ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹਿੱਸਾ ਛੋਟਾ ਹੋਵੇ, ਭਾਗ ਛੋਟਾ ਹੋਵੇ ਤਾਂ ਧਨ ਤੇ ਮਿਲ ਜਾਂਦਾ ਹੈ, ਰੂਪ ਤੇ ਮਿਲ ਜਾਂਦੀ ਹੈ, ਸਤਾ ਤੇ ਮਿਲ ਜਾਂਦੀ ਹੈ। ਪਰ ਸਤ ਪਰਿਪੂਰਨ ਪ੍ਰਮਾਤਮਾ ਦਾ ਨਾਮ, ਇਹ ਵੱਡੀ ਸੌਗਾਤ ਉਸੇ ਨੂੰ ਮਿਲਦੀ ਹੈ ਜਿਸ ਦਾ ਭਾਗ ਬਹੁਤ ਵੱਡਾ ਹੋਵੇ, ਜਿਸ ਦਾ ਹਿੱਸਾ ਬਹੁਤ ਵੱਡਾ ਹੋਵੇ। ਔਰ ਹਿੱਸਾ ਵੱਡਾ ਹੁੰਦਾ ਹੈ ਜਪ ਕਰਦਿਆਂ ਹੀ ਕਰਦਿਆਂ, ਜਪ ਕਰਦਿਆਂ ਹੀ ਕਰਦਿਆਂ ਭਾਗ ਬਣਦਾ ਹੈ। ਔਰ ਭਾਗ ਅਨੁਸਾਰ ਹੀ ਫਿਰ ਉਸ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਕਹਿੰਦੇ ਨੇ ਨਾਮ ਰਸ, ਪ੍ਰਭੂ ਰਸ, ਸਿਮਰਨ ਦਾ ਰਸ, ਪ੍ਰਮਾਤਮਾ ਦਾ ਆਨੰਦ। ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਦ੍ਰਿਣਤਨ। ਲਬਦਿਨ ਸਾਧ ਸੰਗੇਣ ਨਾਨਕ ਮਸਤਕ ਲਿਖਣ। ਹੋਇਓ ਹੈ ਹੋਵੰਤੋ ਹਰਣ ਭਰਣ ਸੰਪੂਰਨ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ।
ਸੁਖੈਣ ਬੈਣ ਰਤਨੰ ਰਚਨੰ ਕਸੁੰਭ ਰੰਗਣ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨੇ। ਸਰਬ ਦੋਖ ਪ੍ਰਣ ਤਿਆਗੀ ਸਰਬ ਧਰਮ ਦ੍ਰਿੜੰਤਨ ਲਬਦੰ ਸਾਧ ਸੰਗੇਣ ਨਾਨਕ ਮਸਤਕ ਲਿਖਣ। ਜਿਸ ਦੇ ਮਸਤਕ ਤੇ ਇਹ ਪੂਰਬਲੇ ਭਾਗ ਬਣੇ ਨੇ ਉਹਨੂੰ ਸਾਧ ਸੰਗਤ ਦੇ ਚੋਂ ਇੱਕ ਸੁਭਾਵ ਦੀ ਪ੍ਰਾਪਤੀ ਹੋਈ ਹੈ ਜਿਸ ਦੇ ਨਾਲ ਸਾਰੇ ਦੋਖਾਂ ਦਾ ਤਿਆਗ ਹੋ ਗਿਆ ਹੈ। ਮਾਨੋ ਸਾਰੇ ਪਾਪ ਤਿਆਗ ਦਿੱਤੇ ਨੇ ਔਰ ਸਰਵ ਧਰਮ ਦ੍ਰਿੜੰਤਨ ਉਸਨੇ ਸਾਰੇ ਦੇ ਸਾਰੇ ਧਰਮ ਦ੍ਰਿੜ ਕਰ ਲਏ। ਇਹਦਾ ਮਤਲਬ ਹੈ ਧਰਮ ਕਈ ਨੇ। ਹਾਂ, ਵਿਦਿਆ ਪੜ੍ਹਨਾ ਧਰਮ ਹੈ। ਸਰੀਰ ਦੀ ਸਹੀ ਢੰਗ ਨਾਲ ਦੇਖ ਰੇਖ ਕਰਨੀ ਧਰਮ ਹੈ। ਵੱਡਿਆਂ ਦਾ ਸਤਿਕਾਰ ਕਰਨਾ ਧਰਮ ਹੈ। ਮਾਂ ਬਾਪ ਦੀ ਸੇਵਾ ਕਰਨੀ ਧਰਮ ਹੈ। ਉਸਤਾਦ ਦਾ ਸਤਿਕਾਰ ਕਰਨਾ ਧਰਮ ਹੈ। ਕਿਰਤ ਕਰਨੀ ਧਰਮ ਹੈ। ਬੱਚਿਆਂ ਦੀ ਪਾਲਣਾ ਕਰਨੀ ਧਰਮ ਹੈ ਔਰ ਪਤਨੀ ਦਾ ਖਿਆਲ ਰੱਖਣਾ ਧਰਮ ਹੈ। ਇਨ੍ਹਾਂ ਹੀ ਅਨੰਤ ਧਰਮਾਂ ਦੇ ਚੋਂ ਫਿਰ ਇੱਕ ਸਿਰਮੌਰ ਧਰਮ ਹੈ ਪ੍ਰਭੂ ਦਾ ਨਾਮ। ਸਾਹਿਬ ਇੱਥੇ ਕਹਿ ਰਹੇ ਨੇ ਕਿ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਵੱਡਿਆਂ ਭਾਗਾਂ ਅਨੁਸਾਰ ਸਾਧ ਸੰਗਤ ਦੇ ਚੋਂ ਜਿਸ ਨੂੰ ਇਸ ਨਾਮ ਦੀ ਪ੍ਰਾਪਤੀ ਹੋ ਗਈ ਹੈ ਮਾਨੋ ਉਸਨੇ ਸਾਰੇ ਪਾਪ ਤਿਆਗ ਦਿੱਤੇ ਨੇ ਤੇ ਉਸਨੇ ਸਾਰੇ ਹੀ ਧਰਮ ਦ੍ਰਿੜ ਕਰ ਲਏ। ਧਰਮ ਅਨੇਕਾਂ ਨੇ। ਕਿਸ ਤਰ੍ਹਾਂ ਪਹਿਚਾਨ ਕਰੋਗੇ ਕਿ ਵਾਕਈ ਇਹ ਧਾਰਮਿਕ ਮਨੁੱਖ ਹੈ? ਅਕਸਰ ਐਸਾ ਸਮਝਿਆ ਜਾਂਦਾ ਹੈ ਇਹ ਨਾਮ ਜਪ ਰਿਹਾ ਹੈ, ਇਹ ਧਾਰਮਿਕ ਮੰਦਰਾਂ ਤੇ ਜਾ ਰਿਹਾ ਹੈ, ਸਤਸੰਗ ਕਰ ਰਿਹਾ ਹੈ, ਧਾਰਮਿਕ ਮਨੁੱਖ ਹੈ। ਪਰ ਨਹੀਂ, ਇਸ ਤੇ ਜੋ ਸਤਿਗੁਰੂ ਕਹਿ ਰਹੇ ਨੇ ਵਾਸਤਵਿਕ ਧਾਰਮਿਕ ਉਹ ਹੈ ਜੋ ਚੰਗਾ ਪਤੀ ਸਾਬਤ ਹੋਇਆ ਹੈ, ਚੰਗਾ ਪੜੋਸੀ ਸਾਬਤ ਹੋਇਆ ਹੈ, ਚੰਗਾ ਭਰਾ ਸਾਬਤ ਹੋਇਆ ਹੈ, ਚੰਗਾ ਪੁੱਤਰ ਸਾਬਤ ਹੋਇਆ ਹੈ ਔਰ ਚੰਗਾ ਪਤੀ। ਜ਼ਿੰਦਗੀ ਦੇ ਸਾਰੇ ਪਹਿਲੂ ਉਸਦੇ ਪਾਵਨ ਨੇ, ਉਸਦੇ ਪਵਿੱਤਰ ਨੇ। ਫਿਰ ਅਨੇਕਾਂ ਧਰਮਾਂ ਦੇ ਚੋਂ ਕਿਰਤ ਕਰਨੀ ਵੀ ਗੁਰਮਤ ਨੇ ਧਰਮ ਮੰਨੇ। ਪੜ੍ਹਨਾ, ਵਿਦਿਆ ਪੜ੍ਹਨੀ ਇਹ ਵੀ ਇੱਕ ਧਰਮ ਹੈ। ਬੱਚਿਆਂ ਦੀ ਦੇਖ ਰੇਖ ਕਰਨੀ ਇਹ ਵੀ ਇੱਕ ਧਰਮ ਹੈ। ਪਤਨੀ ਦਾ ਖਿਆਲ ਰੱਖਣਾ ਇਹ ਵੀ ਇੱਕ ਧਰਮ ਹੈ। ਮਾਂ ਬਾਪ ਦੀ ਸੇਵਾ ਕਰਨੀ ਇਹ ਵੀ ਇੱਕ ਧਰਮ ਹੈ। ਮਾਨੋ ਉਸਨੇ ਸਾਰੇ ਹੀ ਧਰਮ ਦ੍ਰਿੜ ਕਰ ਲਏ ਨੇ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਗਿਆ। ਕਿਉਂਕਿ ਇਹੀ ਬੰਦਾ ਹੈ ਜੋ ਸਾਰੇ ਧਰਮ ਦੀ ਪਾਲਣਾ ਕਰ ਸਕਦਾ ਹੈ ਔਰ ਜਿਸ ਤੋਂ ਕਿਸੇ ਦੀ ਦਿਲ ਸ਼ਿਕਣੀ ਨਹੀਂ ਹੋ ਸਕਦੀ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਬੜੀ ਬੁਨਿਆਦੀ ਗੱਲ ਕਰ ਰਹੇ ਨੇ। ਅਕਸਰ ਐਸਾ ਸਮਝਿਆ ਜਾਂਦਾ ਹੈ ਜਿਹੜਾ ਮਾਲਾ ਪਿਆ ਫੇਰਦਾ ਹੈ ਔਰ ਜ਼ਬਾਨ ਨਾਲ ਰਟਨ ਪਿਆ ਕਰਦਾ ਹੈ, ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਹੈ, ਇਹ ਧਾਰਮਿਕ ਮਨੁੱਖ ਹੈ। ਨਹੀਂ, ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਧਾਰਮਿਕ ਹੋ ਗਿਆ ਹੈ ਐਸਾ ਲਾਜ਼ਮੀ ਨਹੀਂ। ਇਹ ਧਾਰਮਿਕ ਹੋ ਗਿਆ ਹੈ, ਇਸ ਦੀ ਪਹਿਚਾਣ ਹੋਵੇਗੀ ਸਮਾਜਿਕ ਜ਼ਿੰਦਗੀ ਦੇ ਚੋਂ, ਆਰਥਿਕ ਜੀਵਨ ਦੇ ਚੋਂ, ਰਾਜਨੈਤਿਕ ਜੀਵਨ ਦੇ ਚੋਂ। ਅਗਰ ਉਹ ਸਾਰੇ ਦੇ ਸਾਰੇ ਪਵਿੱਤਰ ਨੇ ਤਾਂ ਫਿਰ ਸਮਝਿਆ ਜਾਏਗਾ ਇਹ ਧਾਰਮਿਕ ਮਨੁੱਖ ਹੈ। ਵਰਨਾ ਧਾਰਮਿਕ ਦਿਖਾਈ ਦੇ ਰਿਹਾ ਹੈ, ਇਹ ਧਾਰਮਿਕ ਹੋਇਆ ਨਹੀਂ। ਸਰਬ ਦੋਖ ਪ੍ਰਣ ਤਿਆਗੀ ਸਰਬ ਧਰਮ ਦ੍ਰਿੜੰਤਨ। ਮਾਨੋ ਉਸਨੇ ਸਾਰੇ ਧਰਮ ਦ੍ਰਿੜ ਕਰ ਲਏ ਨੇ ਔਰ ਉਸਨੇ ਸਾਰੇ ਹੀ ਪਾਪਾਂ ਦਾ ਤਿਆਗ ਕਰ ਦਿੱਤਾ ਹੈ। ਹੁਣ ਵਾਸਤਵਿਕ ਇੱਕ ਪ੍ਰਸ਼ਨ ਖੜਾ ਹੋਵੇਗਾ ਕਿ ਪਾਪ ਕੀ ਹੈ? ਕਿਸ ਨੂੰ ਪਾਪ ਕਹਿੰਦੇ ਨੇ? ਸਾਰੇ ਪਾਪਾਂ ਦਾ ਤਿਆਗ ਕਰ ਦਿੱਤਾ ਹੈ, ਅਨੰਤ ਪਾਪ ਨੇ। ਤਾਂ ਪਾਪ ਵਾਸਤਵਿਕ ਕੀ ਹੈ? ਇੱਕ ਅੱਖਰ ਦੇ ਵਿੱਚ ਪਾਪ ਦੀ ਵਿਆਖਿਆ ਕਰਨੀ ਹੋਵੇ ਤਾਂ ਉਹ ਇਸ ਤਰ੍ਹਾਂ ਹੈ, ਜਿਸ ਬੋਲ ਤੋਂ, ਜਿਸ ਕਰਮ ਤੋਂ, ਜਿਸ ਸੋਚਣੀ ਤੋਂ, ਜਿਸ ਵਿਚਾਰ ਤੋਂ, ਜਿਸ ਕਿਰਦਾਰ ਤੋਂ ਕਿਸੇ ਨੂੰ ਚੋਟ ਪਹੁੰਚੇ,
ਕਿਸੇ ਦਾ ਅਹਿਤ ਹੋਵੇ, ਕਿਸੇ ਦਾ ਨੁਕਸਾਨ ਹੋਵੇ, ਕਿਸੇ ਦਾ ਕੁਝ ਖੋਇਆ ਜਾਏ, ਬਸ ਇਹੀ ਪਾਪ ਹੈ। ਅਸੀਂ ਖੋ ਸਕਦੇ ਹਾਂ ਕਿਸੇ ਦੀ ਇੱਜ਼ਤ, ਕਿਸੇ ਦੀ ਅਸਮਤ, ਕਿਸੇ ਦਾ ਧਨ, ਕਿਸੇ ਦੀ ਸੰਪਦਾ, ਕਿਸੇ ਦੀ ਮਾਣ ਪ੍ਰਤਿਸ਼ਠਾ, ਕਿਸੇ ਦੀ ਜਿੰਦ ਜਾਨ। ਇਹ ਸਭ ਕੁਝ ਮਨੁੱਖ ਆਪਣੀ ਤਾਕਤ ਨਾਲ ਅਗਰ ਉਸਦੇ ਕੋਲ ਹੈ ਤਾਂ ਖੋ ਸਕਦਾ ਹੈ। ਇਹ ਖੋਣਾ ਹੀ ਪਾਪ ਹੈ। ਕਿਸੇ ਦੀ ਜਾਨ ਖੋਣਾ, ਕਿਸੇ ਦੇ ਮਨ ਨੂੰ ਚੋਟ ਪਹੁੰਚਾਉਣਾ, ਕਿਸੇ ਦੀ ਅਸਮਤ ਖੋਣਾ, ਕਿਸੇ ਦੀ ਇੱਜ਼ਤ ਖੋਣਾ, ਕਿਸੇ ਦੀ ਧਨ ਸੰਪਦਾ ਨੂੰ ਖੋਣਾ, ਬਸ ਇਹੀ ਪਾਪ ਹੈ। ਅਗਰ ਦੇਖਿਆ ਜਾਏ ਤਾਂ ਜਗਤ ਪਾਪ ਨਾਲ ਭਰਿਆ ਪਿਆ। ਇਸ ਨੂੰ ਅਗਰ ਪਾਪ ਮੰਨੀਏ, ਪਾਪ ਤੇ ਪੁੰਨ ਦੀ ਵਜ਼ਾਹਤ ਕਰਨੀ ਹੋਵੇ ਤਾਂ ਜਿਸ ਬੋਲ ਤੋਂ, ਜਿਸ ਕਰਮ ਤੋਂ ਦੂਸਰੇ ਨੂੰ ਚੋਟ ਪਹੁੰਚ ਰਹੀ ਹੈ, ਦੂਸਰੇ ਦਾ ਖੋਇਆ ਜਾ ਰਿਹਾ ਹੈ ਕੁਝ, ਇਹੀ ਪਾਪ ਹੈ। ਔਰ ਜਿਸ ਕਰਮ ਤੋਂ, ਜਿਸ ਬੋਲ ਤੋਂ, ਜਿਸ ਕਿਰਦਾਰ ਤੋਂ, ਜਿਸ ਆਚਾਰ ਤੋਂ ਕਿਸੇ ਦੀ ਝੋਲੀ 'ਚ ਕੁਝ ਪੈ ਰਿਹਾ ਹੈ, ਕਿਸੇ ਨੂੰ ਕੁਝ ਮਿਲ ਰਿਹਾ ਹੈ, ਬਸ ਇਹੀ ਪੁਨੀਤ ਹੈ। ਇਹੀ ਬੰਦਾ ਪੁੰਨੀ ਹੈ, ਪਵਿੱਤਰ 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 ਪੁਨੀਤ। ਨਾਮ ਜਪੇ ਨਾਨਕ ਮਨ ਪ੍ਰੀਤ। ਨਾਮ ਜਪਦਿਆਂ ਜਪਦਿਆਂ ਜਿਹਦੇ ਮਨ ਵਿੱਚ ਪ੍ਰੀਤ ਪੈਦਾ ਹੋ ਗਈ ਹੈ ਪ੍ਰਭੂ ਦੀ, ਸਾਹਿਬ ਕਹਿੰਦੇ ਨੇ ਉਹ ਤਨ ਕਰਕੇ ਪਵਿੱਤਰ ਹੈ, ਉਹ ਮਨ ਕਰਕੇ ਪਵਿੱਤਰ ਹੈ, ਔਰ ਉਹ ਬਾਣੀ ਕਰਕੇ ਪਵਿੱਤਰ ਹੈ। ਐਸੇ ਮਨੁੱਖ ਦਾ ਤਨ ਗਲਤ ਮਾਰਗ ਤੇ ਨਹੀਂ ਜਾਏਗਾ, ਉਹਦੇ ਹੱਥ ਕੁਝ ਗਲਤ ਨਹੀਂ ਕਰਨਗੇ। ਐਸੇ ਮਨੁੱਖ ਦੀ ਜ਼ਬਾਨ ਗਲਤ ਬਿਆਨੀ ਨਹੀਂ ਕਰੇਗੀ। ਐਸੇ ਮਨੁੱਖ ਦਾ ਮਨ ਗਲਤ ਫੁਰਨਿਆਂ ਦੇ ਵਿੱਚ ਲੀਨ ਨਹੀਂ ਹੋਵੇਗਾ। ਲਿਹਾਜ਼ਾ ਉਹ ਤਨ ਦੇ ਤਲ ਤੇ, ਮਨ ਦੇ ਤਲ ਤੇ, ਬਾਣੀ ਦੇ ਤਲ ਤੇ ਪਵਿੱਤਰ ਹੋਵੇਗਾ। ਤੇ ਜਿਸ ਦੇ ਤਿੰਨੇ ਹੀ ਤਲ ਪਵਿੱਤਰ ਨੇ ਉਹੀ ਪੁਨੀਤ ਹੈ। ਔਰ ਕਿਸ ਨੂੰ ਪੁਨੀਤ ਆਖਾਂਗੇ? ਉਹੀ ਪੁਨੀਤ ਹੈ, ਉਹੀ ਪੁੰਨੀ ਹੈ ਜਿਸ ਦੇ ਤਿੰਨੇ ਤਲ ਪਵਿੱਤਰ ਨੇ, ਤਨ, ਮਨ ਔਰ ਬਾਣੀ। ਪੁਨੀਤ ਮਨੁੱਖ ਆਨੰਦ ਦੇ ਚ ਹੋਇਆ। ਪੁਨੀਤ ਮਨੁੱਖ ਇੱਕ ਸੁਗੰਧਿਤ ਹਵਾ ਹੈ। ਉਹ ਤੇ ਜਿੱਥੋਂ ਲੰਘੇਗਾ ਮਹਿਕ ਖਿਲਾਰਦਾ ਹੋਇਆ, ਠੰਡ ਵੰਡਦਾ ਹੋਇਆ। ਉਹ ਤੇ ਮੌਸਮੇ ਬਹਾਰ ਦੀ ਤਰ੍ਹਾਂ ਆਉਂਦਾ ਹੈ। ਤੋ ਸਾਹਿਬ ਕਹਿੰਦੇ ਨੇ ਉਸ ਮਨੁੱਖ ਨੇ ਮਾਨੋ ਸਾਰੇ ਪਾਪ ਤਿਆਗ ਦਿੱਤੇ ਨੇ, ਸਾਰੇ ਧਰਮ ਦ੍ਰਿੜ ਕਰ ਲਏ ਨੇ। ਕਿਸ ਨੇ? ਲਬਦਿਨ ਸਾਧ ਸੰਗੇਣ ਨਾਨਕ ਮਸਤਕ ਲਿਖਣ। ਜਿਸ ਦੇ ਮਸਤਕ ਤੇ ਇਹ ਭਾਗ ਲਿਖਿਆ ਹੈ, ਸਾਧੂ ਦੀ ਸੰਗਤ ਵਿੱਚ ਗੋਬਿੰਦ ਦਾ ਨਾਮ ਜਪ ਕੇ, ਪ੍ਰਭੂ ਦੀ ਬੰਦਗੀ ਕਰਕੇ ਉਸ ਨੂੰ ਇਹ ਸੌਗਾਤ ਦੀ ਪ੍ਰਾਪਤੀ ਹੋਈ ਹੈ ਕਿ ਉਸਨੇ ਸਾਰੇ ਪਾਪ ਤਿਆਗ ਦਿੱਤੇ ਨੇ ਔਰ ਸਾਰੇ ਹੀ ਧਰਮ ਦ੍ਰਿੜ ਕਰ ਦਿੱਤੇ ਨੇ। ਵਾਸਤਵਿਕ ਜਿੱਥੇ ਪਾਪ ਹੈ, ਜੋ ਦੂਸਰੇ ਨੂੰ ਚੋਟ ਪਹੁੰਚਾ ਰਿਹਾ ਹੈ, ਦਿਲ ਸ਼ਿਕਨੇ ਕਰ ਰਿਹਾ ਹੈ ਔਰ ਕਿਸੇ ਤਲ ਤੇ ਵੀ ਛੀਨਾ ਝਪਟੀ ਕਰ ਰਿਹਾ ਹੈ, ਉਹ ਕਿਤਨਾ ਵੀ ਹੀ ਮਾਲਾ ਫੇਰਨ ਵਾਲਾ ਹੋਵੇ ਔਰ ਧਾਰਮਿਕ ਮੰਦਰਾਂ ਵਿੱਚ ਬੈਠ ਕੇ ਸਤਸੰਗ ਕਰਨ ਵਾਲਾ ਹੋਵੇ, ਉਹ ਅਜੇ ਸਾਧਕ ਤੇ ਹੈ, ਸਾਧੂ ਨਹੀਂ ਹੈ। ਸਾਧਨਾ ਕਰ ਰਿਹਾ ਹੈ, ਅਜੇ ਸਾਧਨਾ ਨੂੰ ਭਾਗ ਨਹੀਂ ਲੱਗਿਆ, ਅਜੇ ਸਾਧੂ ਨਹੀਂ ਬਣਿਆ, ਅਜੇ ਧਾਰਮਿਕ ਨਹੀਂ ਹੋਇਆ। ਸਾਧਕ ਜਿਸ ਦੇ ਕੋਲ ਸਾਧਨਾ ਦਾ ਬੀਜ ਹੈ, ਸਾਧੂ ਜਿਸ ਦੇ ਕੋਲ ਨਾਮ ਦਾ ਫਲ ਹੈ, ਆਨੰਦ ਦਾ ਫਲ ਹੈ, ਪੁਨੀਤ ਦਾ ਫਲ ਹੈ। ਤੋ ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਸਰਬ ਦੋਖ ਪ੍ਰੰਨ ਤਿਆਗੀ, ਸਰਬ ਧਰਮ ਦ੍ਰਿਣ ਤਨ, ਲਬਦਿਨ ਸਾਧ ਸੰਗੇਣ ਨਾਨਕ ਮਸਤਕ ਲਿਖਣ। ਹੋਇਓ ਹੈ ਹੋਵੰਤੋ ਹਰਣ ਭਰਣ ਸੰਪੂਰਨ। ਤਿੰਨ ਕਾਲ ਸਾਡੇ ਦੇਸ਼ ਦੇ ਵਿਦਵਾਨਾਂ ਨੇ ਮੰਨੇ ਨੇ। ਉਸ ਨੂੰ ਭੂਤ, ਭਵਿਸ਼, ਵਰਤਮਾਨ ਕਰਕੇ ਕਹਿੰਦੇ ਨੇ। ਉਰਦੂ ਦੇ ਵਿੱਚ ਆਖਦੇ ਨੇ ਮਾਜ਼ੀ, ਹਾਲ, ਮੁਸਤਕਬਿਲ। ਧਾਰਮਿਕ ਪੁਰਸ਼ ਕਹਿੰਦੇ ਨੇ ਕਿ ਜਿਹੜਾ ਸਾਧਕ ਹੈ, ਸਾਧੂ ਹੈ, ਨਾਮ ਰਸਕ ਹੈ, ਉਹ ਵਰਤਮਾਨ ਦੇ ਵਿੱਚ ਜੀਵਦਾ ਹੈ, ਹਾਲ ਦੇ ਵਿੱਚ ਜੀਵਦਾ ਹੈ। ਔਰ ਜੋ ਹਾਲ ਦੇ ਵਿੱਚ ਨਹੀਂ ਜੀ ਰਿਹਾ, ਉਹਨੂੰ ਆਖਿਆ ਜਾਂਦਾ ਹੈ ਤੇ ਬੇਹਾਲ ਹੈ। ਇਸ ਵਾਸਤੇ ਆਮ ਇੱਕ ਮੁਹਾਵਰਾ ਹੈ ਪੁੱਛਣ ਦਾ, ਭਈ ਤੇਰਾ ਕੀ ਹਾਲ ਹੈ। ਹਾਲ ਤੋਂ ਮੁਰਾਦ ਅੱਜ ਕੀ ਹੈ, ਵਰਤਮਾਨ ਕੀ ਹੈ।
हुण तू किस हालत दे च है, तेरा की हाल है। और आख दिता जाता है जो हाल दे च नहीं, अज दे च नहीं जी रहा, तो कह दिता जाता है बड़ा बेहाल है, ये तो बहुत बेहाल है। ये तो जद भी जींदा है माजी दियां यादां दे च जीवदा है, ये तो जद भी जीवदा है मुस्तकबिल दी चिंता दे च जीवदा है। इहदे सिर दे उत्ते मुस्तकबिल दियां चिंतावां दा बोझ, इहदे सिर दे उत्ते माजी दियां यादां दा बोझ। ये तो बेहाल है, बड़ा बेहाल है। जिथे कोई मनुख बैठा है, करीबन करीबन हर मनुख बेहाल बैठा है। अज दे च नहीं बैठा, वर्तमान दे च नहीं बैठा। ये चलते फिरते मनुख अज दे च नहीं चल रहे। जे उन्हां दे अंदर झात मारीए, कोई माजी दे च चल रहा है, कोई मुस्तकबिल दे च। ये जो बैठा है ये अज दे च नहीं बैठा, कोई माजी दे च बैठा है, कोई मुस्तकबिल दे च बैठा है। गरज के सारी दुनिया दे च कदी कदाई कोई गिणती दे मनुख ऐसे आउंदे ने जो हाल दे च जीवन, वर्तमान दे जीवन। भाई साहब भाई गुरदास जी का बड़ा कीमती वाक, वर्तमान विच वरतदा होवन हार सोई परवाना। अज दे च जीवदा है साधक साधु गुरमुख मनुख, अज दे च जीवदा है, वर्तमान दे च जीवदा है, हाल दे च जीवदा है। इस वास्ते वह बेहाल नहीं आउंदा। ते होवन हार सोई परवाना, अज जो हो गया है वो कबूल है। अज जो कुछ हो गया है परवान है। हाल जैसा है कबूल है, हाल जैसा है परवान है। ते जिसनों हाल परवान है कहते हैं उस तो ज्यादा मस्त ते सरूर दे च लीन मनुख लभना बड़ा औखा है। जो माजी दियां यादां दे च डुबिया होया है ते मुस्तकबिल दी चिंता दे च डुबिया होया है, ये ते बोझल बंदा है। इहदे सिर दे उत्ते बड़ा भार है। चारों पासे ये गठड़ी चुके हुए ये बोझल मनुखां दे ही दर्शन होंदे ने। चेहरा ही दस देंदा है सिर ते बहुत बोझ है, अखां ही दस देंदियां ने सिर ते बहुत बोझ है। ये गल वखरी है सिर दे उत्ते कोई गठड़ी होवे, कोई अस्थूल बोझ होवे ते दिखाई दे जांदा है, पर सिर दे उत्ते सूक्ष्म बोझ होवे। माजी दियां यादां, भूतकाल दियां यादां ते भविष्य दियां चिंतावां, मुस्तकबिल दियां चिंतावां ये दिखाई ते नहीं देंदियां, पर मस्तक तो ही पता चल जाता है बोझल है। अखां ही दस देंदियां ने भारू है, बहुत वड्डा भार है। मत्था टेकण दी, सिर झुकाण दी जिहड़ी प्रथा धार्मिक दुनिया विच आरंभ होई, इत्थों ही आरंभ होई। ये सिर दे उत्ते जिहड़ा इतना बोझ है ये कित्थे सुट्टीए। ये बोझ मां भी चुकण नूं राजी नहीं, क्योंकि मां दे सिर ते भी बोझ है। ये बोझ प्यो भी चुकण नूं राजी नहीं, क्योंकि प्यो दे सिर ते भी बोझ है, भरा दे सिर ते भी बोझ है, भैण दे सिर ते भी बोझ है, मित्रां दे सिर ते भी बोझ है। सच जानो हो सकता है कोई अस्थूल गठड़ी सिर दे उत्ते होवे ते तरस खा के कोई थोड़ी देर लई चुक भी लवे, पर यह जो माजी दियां यादां दा बोझ है, ये जो मुस्तकबिल दियां चिंतावां दा बोझ है, ये कौन चुके? ये ते आप चुकना पैंदा है। हौका निकल जाता है जद माजी दियां यादां सतांदियां ने, हौके निकल जाते ने जद मुस्तकबिल दी चिंता बेचैन कर दी है, परेशान कर दी है। और इन्हां हौकियां दे च ही ग्रसे हुए लोग दिखाई दे रहे हैं। हौके निकलते पे ने, हौके अंदरों बार बार प्रगट होंदे ने। कहंदे ने बेहाल मनुख ते हौके लेंदे ने, पर जो अज दे च जी रहे ने, वर्तमान दे च जी रहे ने, हाल दे च जींदे ने, कदी कदी उन्हां दे अंदरों भी होक निकलदी है, हौका निकलदा है। भाई साहब भाई नंद लाल गुरु गोबिंद सिंह जी महाराज दे आनंद सिख दार्शनिक फिलासफर ते फारसी दे बुलंद पाया शायर। अद्धी रात दा वकत सी, साहिब श्री गुरु गोबिंद सिंह जी महाराज टहल रहे ने, लेकिन की देखिया, महसूस किया कोई हौके पिया भरदा है।
और हौकिਆਂ ਦਾ अपना एक प्रभाव है। किसी ऐसे मनुख कोल बैठो जो हौके भर रहे होवे तो हौकिਆਂ ਦੀ ਹੂਕ ਉਸ ਨੂੰ ਵੀ ਜਲਾਵੇਗੀ जो कोल बैठा है, बच नहीं सकता। लाजमी उन्हां हौकिਆਂ ਦੀ लपेट ਦੇ ਵਿੱਚ ਉਹ ਆਵੇਗਾ। सतगुर कोल चले गए, देखिया कि ये ते नंद लाल बैठे ने, अखां मीट गए ते नंद लाल नूं भी महसूस होया कोई मेरे कोल खड़ा है। नेत्र खोले तां इस अद्धी रात दे विच, अंधेरी रात दे विच दिल दा चंद्रमा, महान नूर साहिब श्री गुरु गोबिंद सिंह जी महाराज खड़े ने। कदमां ते सजदा कीता है, अदब सत्कार वजों खड़े होए, हथ जोड़ के बेनती करदे ने, पातशाह आप इत्थे। पर सतगुर ने तर्जे गुफ्तगू नूं बदलिया। आप कहंदे नंद लाल क्या दस सकदा है ये आसमान मैनू काला क्यों दिखाई दे रहा है, ये क्यों काला है? महाराज मैं कोई विज्ञानक नहीं हाँ, एक मामूली अदना आप दा सिख ते शायर। सतगुर मुस्कुराए, तू कबूल कर लिया कि शायर हैं। तो शायर दी कल्पना दी प्रवाज बड़ी बुलंद आउंदी है। शायर दा तखयल बहुत दूरियां तक जांदा है, बहुत दूरियां तक जांदा है। तू अपने तखयल दे आधार ते दस, अपनी कल्पना दे आधार ते दस, आसमान काला क्यों दिखाई दे रहा है, ये क्यों काला है? तो भाई साहब, भाई नंद लाल दसते ने, रंगश कबूद कर दिले अज पुरसुरार साख्त, अज बस के दूध आहे मन, अज आसमां गुयस्त। ऐ मेरे पातशाह, प्रभु चिंतन करदियां होया परमात्मा दे विछोड़े दे विच, अकाल पुरख दे विछोड़े दे विच ये जिहड़े हौके निकले ने, ते ये हौके जद आसमान तक पहुंचे ने, इन्हां ने साड़ के सुआ कर दिता है, काला कर दिता है, दागी कर दिता है। ये मेरे हौकियां दे सड़े हुए ने। सतगुरां ने एकदम गलवकड़ी च लिया। इतना बिरहा, इतना बैराग, इतनी वड्डी हूक, पर ये हूक, ये हौका बोझ नहीं आउंदा, भार नहीं है। इंज कह लो, सिर दे उत्ते जितने हौकियां दा भार है, प्रभु नाम दे विछोड़े दे विच एक हौका निकले, ये सारा बोझ ले जांदा है, ये सारा भार उतर जांदा है। कदी कदाई खुशकिस्मत मनुखां नूं ये हौके नसीब आउंदे ने। बदकिस्मत ते हर वक्त हौके भरदे रहिंदे ने, धन दे विछोड़े च, परिवार दे विछोड़े च, मित्रां दे विछोड़े च, संसार दे विछोड़े च, पद प्रतिष्ठा दे विछोड़े च। कदी कदाई कोई ऐसा हौका निकलदा है जो प्रभु दे विछोड़े दे लिया गया हुंदा है, और वो तमाम हौकियां दा भार सिर तो जो है ला देंदा है। मनुख दे सिर दे उत्ते भार है माजी दियां यादां, मुस्तकबिल दियां चिंतावां। जद भी मनुख बैठा हुंदा है तो उसदा तन ते हाल दे च बैठा हुंदा है, मन बेहाल बैठा हुंदा है, हाल दे च नहीं हुंदा, वर्तमान दे च नहीं हुंदा, या चला गया हुंदा है माजी दियां यादां दे च, या चला गया हुंदा है मुस्तकबिल दी चिंता दे च। हर बंदा बेहाल है, खुशहाल ते कदी कदाई कोई वो दिखाई देंदा है भी हाल दे च जो जी रहा है खुशहाल है, जो हाल दे च जी नहीं रहा बेहाल है। इसनों असी बार धन संपदा पद प्रतिष्ठा करके नहीं नापांगे कि बेहाल है या खुशहाल है। अक्सर साडे कोल जिहड़ा पैमाना हुंदा है भी ये ते बहुत खुशहाल है। किस तरह? इहदे कोल दुनियावी पदार्थ बहुत ज्यादा ने, पर हाल दे अर्थ ने वर्तमान, हुण, इस वक्त। माजी जो लंघ गया, मुस्तकबिल जो आने वाला। कितना ही धन, कितनी ही प्रतिष्ठा
ਔਰ ਕਿਤਨੇ ਬਾਹੂਬਲ ਕਿਉਂ ਨਾ ਹੋਣ, ਜੋ ਬੰਦਾ ਅੱਜ ਦੇ ਚ ਨਹੀਂ ਜੀ ਰਿਹਾ, ਵਰਤਮਾਨ ਦੇ ਚ ਨਹੀਂ ਜੀ ਰਿਹਾ, ਹਾਲ ਦੇ ਚ ਨਹੀਂ ਜੀ ਰਿਹਾ, ਮਾਜ਼ੀ ਦੀਆਂ ਯਾਦਾਂ ਦੇ ਚ ਹੈ, ਮੁਸਤਕਬਲ ਦੀ ਚਿੰਤਾ ਦੇ ਚ ਹੈ, ਉਹ ਬੇਹਾਲ ਹੈ, ਬਿਲਕੁਲ ਬੇਹਾਲ। ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ਬੜਾ ਕੀਮਤੀ ਸ਼ੇਰ ਹੈ। ਆਪ ਕਹਿੰਦੇ ਨੇ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਲੰਘ ਗਿਆ ਜੋ ਸਮਾਂ, ਉਸ ਦੀਆਂ ਯਾਦਾਂ ਮੇਰੀ ਹੱਡੀਆਂ ਖਾ ਰਹੀਆਂ ਨੇ। ਆਉਣ ਵਾਲਾ ਜਿਹੜਾ ਸਮਾਂ, ਉਹਦੀ ਚਿੰਤਾ ਮੈਨੂੰ ਜਲਾ ਰਹੀ ਹੈ। ਇੱਕ ਖਾ ਰਿਹਾ ਹੈ, ਇੱਕ ਜਲਾ ਰਿਹਾ ਹੈ। ਭੂਤਕਾਲ ਦੀਆਂ ਯਾਦਾਂ ਖਾ ਰਹੀਆਂ ਨੇ ਔਰ ਭਵਿਸ਼ ਦੀ ਚਿੰਤਾ ਜਲਾ ਰਹੀ ਹੈ। ਮਨੁੱਖ ਖਾਦਾ ਜਾ ਰਿਹਾ ਹੈ, ਮਨੁੱਖ ਜਲਦਾ ਜਾ ਰਿਹਾ ਹੈ। ਮਾਜ਼ੀ ਦੀਆਂ ਯਾਦਾਂ ਵਿੱਚ, ਮੁਸਤਕਬਲ ਦੀਆਂ ਚਿੰਤਾਵਾਂ ਵਿੱਚ। ਪਰਮਾਤਮਾ ਨੂੰ ਆਖਿਆ ਗਿਆ ਅਕਾਲ, ਉਹਦੇ ਚ ਕਾਲ ਹੀ ਨਹੀਂ, ਸਮਾਂ ਹੀ ਨਹੀਂ, ਉਹ ਸਮੇਂ ਦੀ ਬੰਦਿਸ਼ ਦੇ ਚ ਨਹੀਂ। ਇਸ ਵਾਸਤੇ ਸਾਹਿਬ ਇੱਥੇ ਬੜਾ ਸੁੰਦਰ ਉਚਾਰਨ ਕਰਦੇ ਨੇ, ਹੋਇਓ ਪ੍ਰਭੂ ਪਹਿਲੇ ਵੀ ਸੀ, ਕਹਿ ਨਾ ਸਕੇ ਕੋ ਤੂੰ ਕਦ ਕਾ। ਅਗਰ ਕਹਿ ਦਈਏ ਫਲਾਣੇ ਸਮੇਂ ਤੋਂ ਸੀ, तो परमात्मा अकाल नहीं है। अकाल तो मुराद समय की सीमा दे जिसनू नहीं लिया सकते, उस तो ही समय का जन्म होया है, समय ने उसनू जन्म नहीं दिता। इस वास्ते वो अकाल है। वो पहले भी सी, होयो है, वो हुण भी है, होवंतो वो अगां भी होवेगा। हरण भरण संपूर्ण, वो भरण देश ते खाली करन दी समर्थ है। भरियां नू खाली कर देंदा है, खालियां नू भर देंदा है। गुरु तेग बहादुर साहब जी महाराज दा फरमान, रीते भरे भरे सख नावे, ये तां को व्यवहार है। व्यवहार कहंदे ने धंधे नू। परमात्मा दा ये धंधा है, उसदी ये किरत है। खालियां नू भर देंदा है, भरियां नू खाली कर देंदा है। असी देखते हैं दिन रात ये चल रहा है ऐसा क्रम। एक जम रहा है, एक मर रहा है। जो जवान हो रहा है वही बुढ़ा हो रहा है। जो तख्त पे बैठा है वही थल्ले लुढ़क गया है, और जो थल्ले है वो तख्त पे आ गया है। जो हस रहा है वही रोन लग पैंदा है, और जो रो रहा है वही हस रहा है। जिसकी इज्जत है उसकी ही बेइज्जती हो गई है, और जिसकी बेइज्जती हो गई है उसे नू फिर इज्जत मिल रही है। इस तरह खाली करना भरना, खाली करना भरना, इस दे च वो समर्थ है। ये उसका स्वभाव है, ये उसकी किरत है। होयो है होवंतो हरण भरण संपूर्ण, साधु सत्तम जानो नानक प्रीत कारण। साहिब कहते ने ऐसा जो परिपूर्ण परमात्मा है, त्रैकालदर्शी है, उसकी प्रीत का कारण, उसकी होंद नू प्रगट करन दा कारण साधु जन ने सच करके जानो। साधु सत्तम जानो, सच करके ए जानो, नानक प्रीत कारण। परमात्मा दी प्रीत दा ए कारण ने कौन? साधु। सुखैन बैन रतनं रचनं कसुंभ रंगण, रोग सोग बेयोगं नानक सुख ना सुपने। कुसुंबे दे समान जो कच्चा मिथ्या रंग है, जिसने अपने मन नू उसे ही कच्चे रंग नाल रंग लिया। भाव पदार्थां दी रंगण ही जिस दे मन ते चढ़ी है। सुखैन बैन रतनं, ते दुनियावी बोल जिहड़ा उन्हां दे च ही सुख लैण दी कोशिश कर रहे है। सुख देण वाले सिर्फ दुनियावी बचन, जिन्हों असी गप शप भी कह देंगे हाँ, जिसनों असी बाणी बिलास भी कह देंगे हाँ, या जिसनों इंज कह लीए मिथ्या बोल। मिथ्या बोल जिहदे लई सुख दा बायस बन जान, रस दा बायस बन जान, ऐसे मनुख दा एक सुभाव बन जाता है कि फिर सत बचन दे नाल जुड़ना
ਉਹਨੂੰ ਸੁਣ ਕੇ ਆਨੰਦ ਮਾਣਨਾ ਬਹੁਤ ਕਠਿਨ ਹੋ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਨੇ ਕੁਸੁੰਬੇ ਦੇ ਸਮਾਨ ਜੋ ਪਦਾਰਥਾਂ ਦਾ ਮਿਥਿਆ ਰੰਗ ਹੈ ਤੇ ਦੁਨਿਆਵੀ ਸੁਖ ਦੇਣ ਵਾਲੇ ਜਿਹੜੇ ਬੋਲ ਨੇ, ਜਿਹੜਾ ਉਹਨਾਂ ਦੇ 'ਚ ਰਤਿਆ ਗਿਆ ਹੈ ਤੇ ਐਸੇ ਰੰਗ ਦੇ 'ਚ ਰੰਗਿਆ ਗਿਆ ਹੈ, ਅੰਜਾਮ ਕੀ ਹੋਵੇਗਾ? ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨੇ। ਉਹਦੇ ਤਨ ਦੇ 'ਚ ਅਨੇਕਾਂ ਰੋਗ ਹੋਣਗੇ ਔਰ ਉਸ ਦਾ ਮਨ ਸਦਾ ਸੋਗੀ ਹੋਵੇਗਾ। ਸੁਪਨੇ ਦੇ 'ਚ ਵੀ ਉਸ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਵੇਗੀ, ਸੁਪਨੇ 'ਚ ਵੀ ਦੁੱਖ ਭੋਗੇਗਾ। ਸੁਪਨੇ ਵੀ ਡਰਾਵਣੇ ਆਉਣਗੇ, ਸੁਪਨੇ ਵੀ ਭਿਆਨਕ ਆਉਣਗੇ। ਅੱਜ ਦੀ ਇਸ ਸਦੀ ਦੇ 'ਚ ਮਨੁੱਖ ਨੂੰ ਸੁਪਨਿਆਂ ਦੇ 'ਚ ਵੀ ਸੁਖ ਨਸੀਬ ਨਹੀਂ। ਸੁਪਨੇ ਵੀ ਗਲਾਜ਼ਤ ਨਾਲ ਭਰ ਗਏ, ਸੁਪਨੇ ਵੀ ਭਿਆਨਕਤਾ ਨਾਲ ਭਰ ਗਏ ਔਰ ਸੁਪਨੇ ਵੀ ਦੁੱਖਾਂ ਨਾਲ ਭਰ ਗਏ। ਕਾਰਨ ਕਿ ਮਿਥਿਆ ਬੋਲ ਤੇ ਕੁਸੰਬੇ ਦਾ ਮਿਥਿਆ ਰੰਗ ਉਸ ਦੇ ਵਿੱਚ ਹੀ ਆਪਣੇ ਆਪ ਨੂੰ ਰੰਗਿਆ ਤੋ ਮਨ ਸੋਗੀ ਹੋ ਗਿਆ, ਤਨ ਰੋਗੀ ਹੋ ਗਿਆ ਔਰ ਸੁਪਨਿਆਂ ਦੇ 'ਚ ਵੀ ਸੁਖ ਨਹੀਂ। ਸੁਪਨੇ ਵੀ ਸੁਖਦਾਇਕ ਹੋਵਨ, ਤਨ ਦੇ 'ਚ ਰੋਗ ਨਾ ਆਵੇ, ਮਨ ਦੇ 'ਚ ਸੋਗ ਨਾ ਆਵੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਗਾਥਾ ਦੇ 'ਚ ਸਾਰ ਜੋ ਤਤ ਵਸਤੂ ਸਾਡੇ ਸਾਹਮਣੇ ਰੱਖੀ ਹੈ। ਜੋ ਸਾਧ ਸੰਗਤ ਕਰਦੇ ਨੇ ਤੇ ਸਾਧ ਸੰਗਤ ਤੋਂ ਪ੍ਰੇਰਨਾ ਲੈ ਕੇ ਜੋ ਪ੍ਰਭੂ ਦਾ ਨਾਮ ਜਪਦੇ ਨੇ, ਜਪਦਿਆਂ ਹੀ ਜਪਦਿਆਂ ਮਨ 'ਚੋਂ ਸੋਗ ਨਿਕਲ ਜਾਂਦੇ ਨੇ, ਤਨ 'ਚੋਂ ਰੋਗ ਨਿਕਲ ਜਾਂਦੇ ਨੇ। ਰੋਗ ਸੋਗ ਦੁੱਖ ਜਰਾ ਮਨਾ ਹਰ ਜਨੇ ਨਹੀਂ ਨਿਕਟਾਨੀ। ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ। ਗਾਥਾ ਨਾਮਕ ਦੀ ਇਹ ਬਾਣੀ, ਇਸ ਦੀ ਵਿਚਾਰਧਾਰਾ ਮਨੁੱਖ ਮਾਤਰ ਦੇ ਤਨ ਦੇ 'ਚੋਂ ਰੋਗ ਕੱਟੇ ਔਰ ਮਨ ਦੇ 'ਚੋਂ ਸੋਗ ਕੱਟਣ ਦੇ ਸਮਰੱਥ ਹੋਵੇ।